ਜਿਨ੍ਹਾਂ ਨੇ ਨੁਕਸ ਕੱਢਨੇ ਨੇ ਉਹ ਤਾਂ ਵੀ ਕੱਢਦੇ ਸੀ ਜਦ ਮੈਂ ਸਰਕਾਰ ਦਾ ਹਿੱਸਾ ਸੀ ਤਾਂ ਮੇਰਾ ਅਸਤੀਫਾ ਮੰਗਦੇ ਸੀ। ਹੁਣ ਦੇਤਾ ਤੇ ਹੁਣ ਕੁਝ ਹੋਰ ਕਹਿੰਦੇ ਨੇ। ਸੂਬੇ ਦੀ ਸਰਕਾਰਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਨੇ ਤੇ ਜਿਵੇਂ ਮੰਤਰੀ ਜੀ ਨੇ ਦੱਸਿਆ ਕਿ ਕੈਪਟਨ ਸਾਹਿਬ ਦੇ ਨਾਲ ਕਈ ਵਾਰੀ ਮੁਲਾਕਾਤ ਹੋਈ ਤੇ ਇਹਨਾਂ ਨੇ ਸਾਰੀ ਚੀਜ਼ਾਂ ਵਾਸਤੇ ਸਹਿਮਤੀ ਦਿੱਤੀ। ਪਾਸੇ ਮੇਰੇ ਭੈਣ ਭਰਾ ਸੜਕਾਂ 'ਚ ਕੋਵਿਡ ਦੀ ਡਰ ਨੂੰ ਛੱਡ ਕੇ ਆਪਦੇ ਜਾਨ ਨੂੰ ਜੋਖਮ 'ਚ ਪਾ ਕੇ ਸੜਕਾਂ ਤੇ ਉਤਰੇ ਹੋਏ ਨੇ। ਤੇ ਜੇ ਤੁਸੀਂ ਆਪਣੇ ਨੰਬਰਾਂ ਦੇ ਬਲਬੂਤੇ ਤਾਈਂ ਤੁਸੀਂ ਲੋਕਾਂ ਦੀ ਆਵਾਜ਼ ਦਬਾ ਕੇ ਇਹਨੂੰ ਕਾਨੂੰਨ ਬਣਾਓਗੇ, ਫਿਰ ਮੈਂ ਉਸ ਸਰਕਾਰ ਦਾ ਹਿੱਸਾ ਨਹੀਂ ਬਣੂੰਗੀ ਜਿਹੜੀ ਲੋਕਾਂ ਦੀ ਸੁਣਵਾਈ ਨਹੀਂ ਕਰਦੀ। ਤੇ ਮੈਂ ਸੋਚਿਆ ਸ਼ਾਇਦ ਮੇਰੇ ਅਸਤੀਫੇ ਦੇਣ ਦੇ ਨਾਲ ਸਰਕਾਰ ਜਾਗੂਗੀ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਕਿ ਟੂ ਲਿਟਲ ਟੂ ਲੇਟ, ਤੁਸੀਂ ਇਸ ਕਮੈਂਟ ਨੂੰ ਕਿੱਦਾਂ ਲੈਂਦੇ ਹੋ? ਕਹਿੰਦੇ ਜੀ ਇਹ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਬੇਲੋੜਾ ਹੈ ਇਸ ਸਮੇਂ ਤੇ। ਕਈ ਲੋਕਾਂ ਦੀ ਝੂਠ ਦੀ ਤੇ ਬੇਸ਼ਰਮੀ ਦੀ ਆਹ ਹੱਦ ਹੁੰਦੀ ਹੈ ਕਿ ਪਾਰਲੀਮੈਂਟ 'ਚ ਜਦ ਮੰਤਰੀ ਕਹਿ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਲਾਹ ਮਸ਼ਵਰਾ ਹੋਇਆ ਸਾਰੇ ਮੁੱਖ ਮੰਤਰੀਆਂ ਦੇ ਨਾਲ ਤੇ ਇਹਨਾਂ ਨੇ ਸਹਿਮਤੀ ਦਿੱਤੀ, ਤਾਂ ਵੀ ਬੇਸ਼ਰਮੀ ਦੇ ਨਾਲ ਕੁਰਸੀ 'ਚ ਬੈਠਿਆ ਹੋਇਆ ਕਿ ਅੱਜ ਮੈਂ ਰੌਲਾ ਪਾ ਰਿਹਾ, ਲੇਕਿਨ ਸਹਿਮਤੀ ਤਾਂ 2.5 ਸਾਲ ਪਹਿਲੇ ਮੈਂ ਆਪ ਦਿੱਤੀ ਸੀ। 2019 ਦੇ ਚੋਣ ਮੈਨੀਫੈਸਟੋ ਤੇ ਕਾਂਗਰਸ ਦਾ ਜਿਹੜੇ ਐਮਪੀ ਇੱਥੇ ਰੌਲਾ ਪਾ ਰਹੇ ਸੀ, ਉਹਨਾਂ ਦੇ ਮੈਨੀਫੈਸਟੋ 'ਚ ਇਹ ਸਾਰਾ ਲਿਖਿਆ ਹੋਇਆ ਕਿ ਸਾਡੀ ਸਰਕਾਰ ਬਣੂਗੀ, ਅਸੀਂ ਪ੍ਰਾਈਵੇਟ ਮੰਡੀਆਂ ਵੀ ਕਰਾਂਗੇ, ਅਸੀਂ ਕੰਟਰੈਕਟ ਫਾਰਮਿੰਗ ਵੀ ਕਰਾਂਗੇ। ਜਿਹੜਾ ਕੁਝ ਇੱਥੇ ਸਾਰਾ ਉਹਨਾਂ ਦੇ ਮੈਨੀਫੈਸਟੋ 'ਚ ਲਿਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁੜੇ ਅਸੀਂ ਮੈਡਮ ਹਰਸਿਮਰਤ ਕੌਰ ਬਾਦਲ ਜੀ ਦੇ ਨਾਲ ਅਸਤੀਫਾ ਦੇ ਕੇ ਆਏ ਨੇ ਇੱਕ ਦਿਨ ਪਹਿਲੇ ਹੀ ਕਿਸਾਨਾਂ ਦੇ ਬਿੱਲ ਦੇ ਵਿਰੋਧ ਦੇ ਵਿੱਚ। ਜੁੜਦੇ ਹਾਂ ਜੀ ਮੈਡਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਡ ਸਟੈਪ ਵੀ ਕਿਹਾ ਜਾ ਰਿਹਾ ਕਿ ਮੌਜੂਦਾ ਮੰਤਰਾਲੇ ਦੇ ਵਿੱਚ ਤੁਸੀਂ ਅਸਤੀਫਾ ਦੇ ਕੇ ਆਏ ਹੋ। ਇੱਕ ਤਬਕਾ ਪ੍ਰਸ਼ੰਸਾ ਵੀ ਕਰ ਰਿਹਾ, ਇੱਕ ਤਬਕਾ ਇਹ ਵੀ ਕਹਿ ਰਿਹਾ ਕਿ ਦੇਰੀ ਹੋ ਗਈ। ਤੁਸੀਂ ਕੀ ਕਹਿਣਾ ਚਾਹੋ? ਜਿਨ੍ਹਾਂ ਨੇ ਨੁਕਸ ਕੱਢਨੇ ਨੇ ਉਹ ਤਾਂ ਵੀ ਕੱਢਦੇ ਸੀ ਜਦ ਮੈਂ ਸਰਕਾਰ ਦਾ ਹਿੱਸਾ ਸੀ ਤਾਂ ਮੇਰਾ ਅਸਤੀਫਾ ਮੰਗਦੇ ਸੀ। ਹੁਣ ਦੇਤਾ ਤੇ ਹੁਣ ਕੁਝ ਹੋਰ ਕਹਿੰਦੇ ਨੇ। ਸੋ ਵਿਰੋਧੀਆਂ ਨੇ ਕੀ ਕਹਿਣਾ ਹੈ, ਉਹ ਕਹਿਣ ਦੇ ਸਿਵਾ ਜੇ ਕੁਝ ਕਰਦੇ, ਮੈਂ ਤਾਂ ਕੁਝ ਕਰ ਦਿਖਾਇਆ। ਉਹਨਾਂ ਨੇ ਕੀਤਾ ਕੀ ਹੈ ਉਹ ਸਾਰੇ ਦੇਖ ਹੀ ਰਹੇ ਨੇ। ਮੈਂ ਸਮਝਦੀ ਹਾਂ ਕਿ ਮੈਂ ਸਿਰਫ ਆਪਣਾ ਫਰਜ਼ ਆਪਣੇ ਪ੍ਰਤੀ ਅਦਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਉੱਥੇ ਭੇਜਿਆ ਆਪਣੀ ਆਵਾਜ਼ ਬਣ ਕੇ, ਅੱਜ ਜਿਸ ਸਰਕਾਰ 'ਚ ਮੈਂ ਸੀ ਉਸ ਸਰਕਾਰ ਵੱਲੋਂ ਕੁਝ ਇਹੋ ਜਿਹਾ ਕਾਨੂੰਨ ਲਾਇਆ ਜਾ ਰਿਹਾ ਹੈ ਜਿਹਦੇ ਨਾਲ ਜਿਨ੍ਹਾਂ ਲੋਕਾਂ ਨੇ ਭੇਜਿਆ ਉਹ ਸਮਝਦੇ ਕਿ ਉਹਨਾਂ ਦਾ ਭਵਿੱਖ ਸਾਰਾ ਖਤਮ ਹੋ ਜਾਊਗਾ। ਤੇ ਮੇਰਾ ਫਰਜ਼ ਬਣਦਾ ਸੀ ਕਿ ਉਹਨਾਂ ਦੀ ਗੱਲਾਂ ਮੈਂ ਆਪਣੇ ਸਰਕਾਰ ਤੱਕ ਲੈ ਕੇ ਜਾਵਾਂ, ਉਹਨਾਂ ਦੀ ਮਨਸ਼ਾ ਸ਼ੰਕਾਵਾਂ ਨੂੰ ਦੂਰ ਕਰਾਵਾਂ। ਲੇਕਿਨ ਲੱਖ ਕੋਸ਼ਿਸ਼ਾਂ ਬਾਅਦ ਲਗਾਤਾਰ ਜਦੋਂ ਤੋਂ ਮੈਨੂੰ ਇਸ ਆਰਡੀਨੈਂਸ ਦੇ ਬਾਰੇ ਪਤਾ ਲੱਗਿਆ, ਹਾਲਾਂਕਿ ਇਹ ਸਹੀ ਹੈ ਕਿ ਸਰਕਾਰਾਂ ਦਾ ਸਿਸਟਮ ਇਹ ਹੁੰਦਾ ਹੈ ਕਿ ਸੂਬੇ ਦੀ ਸਰਕਾਰਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਨੇ ਤੇ ਜਿਵੇਂ ਮੰਤਰੀ ਜੀ ਨੇ ਦੱਸਿਆ ਕਿ ਕੈਪਟਨ ਸਾਹਿਬ ਦੇ ਨਾਲ ਕਈ ਵਾਰੀ ਮੁਲਾਕਾਤ ਹੋਈ ਤਾਂ ਇਹਨਾਂ ਨੇ ਸਾਰੀ ਚੀਜ਼ਾਂ ਵਾਸਤੇ ਸਹਿਮਤੀ ਦਿੱਤੀ। ਜੇ 2-2.5 ਸਾਲ ਜਦ ਕੈਪਟਨ ਸਾਹਿਬ ਨਾਲ ਸਲਾਹ ਮਸ਼ਵਰਾ ਹੋ ਰਿਹਾ ਸੀ, ਜੇ ਉੱਥੇ ਹੀ ਇਸ ਚੀਜ਼ ਨੂੰ ਰੋਕ ਦਿੰਦੇ ਜਾਂ ਵਿਰੋਧ ਕਰ ਦਿੰਦੇ ਜਾਂ ਕੋਈ ਭਾਪ ਕੱਟ ਦਿੰਦੇ, ਇਹ ਤਾਂ ਮੈਨੂੰ ਪਤਾ ਹੀ ਤਾਂ ਲੱਗਿਆ ਜਦ ਮੇਰੇ ਮੰਤਰਾਲੇ 'ਚ ਆਇਆ ਇੰਟਰ ਮਿਨਿਸਟਰੀਅਲ ਕਮੈਂਟਸ ਬਾਰੇ ਮਈ ਦੇ ਮਹੀਨੇ 'ਚ, ਤੇ ਉੱਥੇ ਫਾਈਲ 'ਚ ਮੈਂ ਦਰਜ ਕੀਤਾ ਕਿ ਇਹਦੇ ਵਿੱਚ ਕਿਸਾਨਾਂ ਦੀ ਸ਼ੰਕਾਵਾਂ ਤੇ ਸਟੇਟ ਦੀ ਸਹਿਮਤੀ ਦੇ ਬਿਨਾਂ ਦੂਰ ਕੀਤੇ ਬਿਨਾਂ ਨਹੀਂ ਕਰਨਾ ਚਾਹੀਦਾ। ਲੇਕਿਨ ਉਹਦੇ ਬਾਵਜੂਦ ਇਹ ਜਦ ਮੈਨੂੰ ਪਤਾ ਲੱਗਿਆ ਕਿ ਕੈਬਨਿਟ ਵਿੱਚ ਇੱਕ ਆਰਡੀਨੈਂਸ ਦੇ ਰੂਪ 'ਚ ਆ ਰਿਹਾ, ਮੈਂ ਇੱਕ ਵਾਰ ਫਿਰ ਕੈਬਨਿਟ 'ਚ ਸਾਰਿਆਂ ਦੇ ਸਾਹਮਣੇ ਲੈ ਕੇ ਕਿ ਬਹੁਤ ਵੱਡੇ ਕਿਸਾਨਾਂ ਦਾ ਇਹਦੇ ਖਿਲਾਫ ਵਿਰੋਧ ਹੈਗਾ, ਸ਼ੰਕਾਵਾਂ ਹੈਗੀਆਂ ਤੇ ਕੋਈ ਚੀਜ਼ ਉਹਨਾਂ ਦੇ ਉੱਤੇ ਥੋਪੀ ਨਾ ਜਾਏ ਜਦੋਂ ਤਾਈਂ ਉਹਨਾਂ ਦੀ ਸਹਿਮਤੀ ਨਾ ਹੋਏ। ਇਹਦੇ ਬਾਵਜੂਦ ਜਦ ਕੈਬਨਿਟ 'ਚ ਆਰਡੀਨੈਂਸ ਆ ਗਿਆ, ਉੱਥੇ ਵੀ ਮੈਂ ਪੁਰਜ਼ੋਰ ਵਿਰੋਧ ਕੀਤਾ ਤੇ ਆਰਡੀਨੈਂਸ ਦੇ ਆਉਣ ਦੇ ਲਗਾਤਾਰ 2.5 ਮਹੀਨਿਆਂ 'ਚ ਮੈਂ ਕੋਸ਼ਿਸ਼ ਕੀਤੀ ਕਿ ਜਿਹੜੀ ਚੀਜ਼ ਸਰਕਾਰ ਕਹਿ ਰਹੀ ਹੈ ਬੜੀ ਚੰਗੀ ਹੈ, ਉਹ ਮੈਂ ਆਪਣੇ ਕਿਸਾਨਾਂ ਨੂੰ ਸਮਝਾਵਾਂ ਕਿ ਇਹਦੇ ਵਿੱਚ ਤੁਹਾਡੇ ਲਈ ਕੀ ਤੁਹਾਨੂੰ ਨੁਕਸਾਨਦੇਹ ਲੱਗਦਾ ਹੈ, ਤੁਸੀਂ ਇਹਨੂੰ ਪੜ੍ਹੋ, ਆਹ ਫੜੋ ਕਾਪੀ ਤੇ ਜਿਹੜੀ ਚੀਜ਼ ਇੱਥੋਂ ਲਾਈਨ ਕਢਵਾਉਣੀ ਹੈ ਉਹ ਤੁਸੀਂ ਦੱਸੋ ਤੇ ਜਿਹੜੀ ਪਵਾਉਣੀ ਹੈ ਉਹ ਦੱਸੋ, ਮੈਂ ਆਪਣੀ ਸਰਕਾਰ ਤੋਂ ਪਵਾਵਾਂਗੀ। ਮੈਂ ਹਰ ਪੱਖੋਂ ਕੋਸ਼ਿਸ਼ ਕੀਤੀ ਆਪਣੇ ਕਿਸਾਨਾਂ ਨੂੰ ਸਮਝਾਉਣਾ ਕਿ ਇਹਦੇ ਵਿੱਚ ਕੁਝ ਨਹੀਂ ਹੈ, ਲੇਕਿਨ ਜਿਹੜੀ ਉਹਨਾਂ ਦੀ ਸ਼ੰਕਾਵਾਂ ਸੀ ਉਹ ਵੀ ਮੈਂ ਕੇਂਦਰ ਤੱਕ ਲੈ ਕੇ ਗਈ ਕਿ ਮੰਤਰੀ ਜੀ ਤੁਸੀਂ ਇਹਨਾਂ ਨੂੰ ਸੁਣੋ, ਇਹਨਾਂ ਦੀ ਸ਼ੰਕਾਵਾਂ ਨੂੰ ਦੂਰ ਕਰੋ। ਜੇ MSP ਦੀ ਗੱਲ ਸੀ ਉਹ ਲਿਖਤ 'ਚ ਵੀ ਲੈ ਲਿੱਤੀ, ਲੇਕਿਨ ਇਹ ਕਲੀਅਰ ਸੀਗਾ ਕਿ ਇਕੱਲੇ ਮੇਰੇ ਕਹਿਣ ਦੇ ਨਾਲ ਜਾਂ ਖੇਤੀਬਾੜੀ ਮੰਤਰੀ ਦੇ ਕਹਿਣ ਦੇ ਨਾਲ ਗੱਲ ਨਹੀਂ ਬਣੀ ਸੀ, ਕਿਉਂਕਿ ਕਾਨੂੰਨ ਵਿੱਚ ਕੋਈ ਲਿਖਤ 'ਚ ਕੁਝ ਨਹੀਂ ਸੀ ਤੇ ਕਿਸਾਨ ਦੇ ਮਨ 'ਚ ਉਹ ਭੈ ਬਹਿ ਗਿਆ ਸੀ। ਲੋੜ ਸੀ ਜਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕੁਝ ਕਹਿੰਦੇ
ਜਾਂ ਫਿਰ ਕਿਸਾਨਾਂ ਦੀ ਸੁਣਵਾਈ ਕਰਕੇ ਇਸ ਕਾਨੂੰਨ ਦੇ ਵਿੱਚ ਕੋਈ ਇਹੋ ਜਿਹੇ ਚੇਂਜਸ ਲੈ ਕੇ ਆਉਂਦੇ ਜਿਹਦੇ ਨਾਲ ਉਹਨਾਂ ਦੀ ਭਰੋਸਾ ਅਸੀਂ ਜਿੱਤ ਸਕਦੇ ਸੀ। ਜਦ ਇਹ ਮੈਨੂੰ ਕਲੀਅਰ ਹੋ ਗਿਆ ਕਿ ਇਹ 2.5 ਮਹੀਨਿਆਂ 'ਚ ਤੇ ਹੁਣ ਪਾਰਲੀਮੈਂਟ ਦੇ ਸੈਸ਼ਨ 'ਚ ਜਿਹੜੇ ਪਾਸੇ ਮੇਰੇ ਭੈਣ ਭਰਾ ਸੜਕਾਂ 'ਚ ਕੋਵਿਡ ਦੀ ਡਰ ਨੂੰ ਛੱਡ ਕੇ ਆਪਦੇ ਜਾਨ ਨੂੰ ਜੋਖਮ 'ਚ ਪਾ ਕੇ ਸੜਕਾਂ ਤੇ ਉਤਰੇ ਹੋਏ ਨੇ, ਤੇ ਫਿਰ ਕਿਵੇਂ ਉਹਨਾਂ ਦੀ ਗੁਹਾਰ ਨੂੰ ਛੱਡ ਕੇ, ਜਿਨ੍ਹਾਂ ਨੇ ਮੈਨੂੰ ਭੇਜਿਆ ਉਹਨਾਂ ਨੂੰ ਛੱਡ ਕੇ ਮੈਂ ਇੱਕ ਇਹੋ ਜਿਹਾ ਕਾਨੂੰਨ ਉਹਨਾਂ ਦੇ ਉੱਤੇ ਥੋਪਦਾ ਜਿਸ ਕਾਨੂੰਨ ਤੇ ਉਹ ਸਮਝਦੇ ਕਿ ਉਹਨਾਂ ਦਾ ਸਾਰਾ ਭਵਿੱਖ ਖਤਮ ਹੋ ਜਾਊਗਾ। ਜਦ ਮੈਂ ਅਖੀਰਲੇ ਦਿਨ ਤਾਈਂ ਮੈਂ ਕੋਸ਼ਿਸ਼ ਕਰਦੀ ਰਹੀ ਕਿ ਕੱਲ ਬਿੱਲ ਆ ਰਿਹਾ ਹੈਗਾ, ਅੱਜ ਵੀ ਤੁਸੀਂ ਸਿਲੈਕਟ ਕਮੇਟੀ 'ਚ ਭਿਜਵਾ ਦਿਓ ਇਹਨੂੰ, ਉਹਨਾਂ ਦੀ ਸੁਣਵਾਈ ਕਰਕੇ ਅਗਲੇ ਸਤਰ 'ਚ ਲਿਆਓ। ਕੋਈ ਅੱਗ ਤਾਂ ਨਹੀਂ ਲੱਗੀ ਕਿਤੇ, ਕੋਈ ਕਾਲ ਕੀ ਹੈਗੀ, ਇੰਨੇ ਸਾਲਾਂ ਤੋਂ ਸਿਸਟਮ ਚੱਲ ਰਿਹਾ, ਕੀ ਵਿਗੜਨ ਲੱਗਿਆ ਹੈਗਾ, ਇੰਨੀ ਲੋੜ ਕੀ ਹੈਗੀ। ਉੱਪਰ ਤੋਂ ਲੈ ਕੇ ਥੱਲੇ ਤਾਈਂ ਜਦ ਮੈਂ ਪੂਰਾ ਆਪਣਾ ਜ਼ੋਰ ਲਾ ਲਿਆ, ਜਦ ਸੁਖਬੀਰ ਜੀ ਨੇ ਵਿਰੋਧ ਵੀ ਕਰ ਦਿੱਤਾ, ਫਿਰ ਮੈਂ ਜਾ ਕੇ ਉਹਨਾਂ ਨੂੰ ਸਾਫ਼ ਕਹਿਤਾ ਕਿ ਮੇਰੀ ਪਾਰਟੀ ਨੇ ਵਿਰੋਧ ਕੀਤਾ ਹੈ, ਤੇ ਜੇ ਤੁਸੀਂ ਆਪਣੇ ਨੰਬਰਾਂ ਦੇ ਬਲਬੂਤੇ ਤਾਈਂ ਤੁਸੀਂ ਲੋਕਾਂ ਦੀ ਆਵਾਜ਼ ਦਬਾ ਕੇ ਇਹਨੂੰ ਕਾਨੂੰਨ ਬਣਾਓਗੇ, ਫਿਰ ਮੈਂ ਉਸ ਸਰਕਾਰ ਦਾ ਹਿੱਸਾ ਨਹੀਂ ਬਣੂੰਗੀ ਜਿਹੜੀ ਲੋਕਾਂ ਦੀ ਸੁਣਵਾਈ ਨਹੀਂ ਕਰਦੀ। ਕਿਉਂਕਿ ਇੱਕ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਸੁਣਵਾਈ ਕਰੋ ਤੇ ਇਹੋ ਜਿਹੇ ਕਾਨੂੰਨ ਲਾਓ ਜਿਹਦੇ ਨਾਲ ਉਹਨਾਂ ਦੀ ਜੀਵਨ ਬਿਹਤਰ ਹੁੰਦਾ ਹੈ। ਤੇ ਜੇ ਇੱਕ ਕਿਸਾਨ ਸੋਚ ਰਿਹਾ ਕਿ ਇਹਦੇ ਨਾਲ ਮੇਰਾ ਜੀਵਨ ਮੈਂ ਮਰ ਜਾਵਾਂਗਾ, ਤਾਂ ਮੈਂ ਕਿਵੇਂ ਉਸ ਕਾਨੂੰਨ ਦਾ ਹਿੱਸਾ ਬਣਾਉਣ ਦਾ ਹਿੱਸਾ ਬਣ ਸਕਦੀ। ਸੋ ਮੈਂ ਆਪਣਾ ਅਸਤੀਫਾ ਦਿੱਤਾ ਤੇ ਇਹਦੇ ਵਿਰੋਧ 'ਚ ਵੋਟ ਪਾਈ। ਤੁਸੀਂ ਜਦੋਂ ਬਾਹਰ ਆਏ ਸੀਗੇ ਅਸਤੀਫਾ ਦੇ ਕੇ, ਤੁਸੀਂ ਕਿਹਾ ਕਿ ਕਿਸਾਨਾਂ ਦੀ ਸ਼ੰਕਾ ਦੂਰ ਨਹੀਂ ਹੋ ਸਕੀ, ਤੇ ਕੀ ਜੇ ਤੁਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ ਕਿ ਉਹਦਾ ਦਬਾਅ ਸੀ ਜਾਂ ਤੁਹਾਡੀ ਅੰਤਰਾਤਮਾ ਸੀ? ਨਹੀਂ, ਬਿਲਕੁਲ ਮੇਰੀ ਅੰਤਰਾਤਮਾ ਸੀਗੀ, ਕਿਉਂਕਿ ਉਹਨਾਂ ਦੀ ਸ਼ੰਕਾ ਦੂਰ ਕਰ ਜਦ MSP ਦੀ ਗੱਲ ਕਰਦੇ ਸੀ ਤੇ ਮੰਤਰੀ ਜੀ ਤੋਂ ਮੈਂ ਲਿਖਤ 'ਚ ਵੀ ਲੈ ਲਿਆ। ਜੇ ਕਿਸੇ ਹੋਰ ਚੀਜ਼ ਦੀ ਗੱਲ ਕਰਦੇ ਸੀ, ਮੈਂ ਮੰਤਰੀ ਜੀ ਨੂੰ ਕਹਿੰਦੀ ਸੀ ਆਹ ਸੁਣ ਕੇ ਦੇਖੋ ਕਿੱਥੇ ਕੀ ਪਾਣਾ, ਗੱਲ ਕਰ ਲਓ। ਲੇਕਿਨ ਜੇ ਸਰਕਾਰ ਗੱਲ ਸੁਣਨ ਨੂੰ ਹੀ ਨਹੀਂ ਰਾਜ਼ੀ ਹੈਗੀ ਕਿ ਨਹੀਂ ਜੀ ਉਹਨਾਂ ਦੇ ਚੰਗੇ ਵਾਸਤੇ ਹੈਗਾ, ਤੁਸੀਂ ਕਿਵੇਂ ਫੈਸਲਾ ਕਰ ਸਕਦੇ ਹੋ? ਚੰਗਾ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਤੇ ਮੈਂ ਸੋਚਿਆ ਸ਼ਾਇਦ ਮੇਰੇ ਅਸਤੀਫੇ ਦੇਣ ਦੇ ਨਾਲ ਸਰਕਾਰ ਜਾਗੂਗੀ, ਉਹਨਾਂ ਦਾ ਧਿਆਨ ਆਊਗਾ ਕਿ ਇਹ ਕੱਲਾ ਜਿਵੇਂ ਮੈਨੂੰ ਨਹੀਂ ਜੀ ਇਹਨਾਂ ਨੂੰ ਭੜਕਾ ਰਹੇ ਨੇ, ਇਹ ਸਿਆਸੀ ਲੋਕੀ ਕਰ ਰਹੇ ਨੇ, ਹਫਤੇ 'ਚ ਸਾਰੇ ਸ਼ਾਂਤ ਹੋ ਜਾਊਗਾ। ਵੀ ਤੁਸੀਂ ਦੇਖੋ ਤਾਂ ਸਹੀ, ਮੇਰੇ ਘਰ ਦੇ ਬਾਹਰ 2.5 ਮਹੀਨੇ ਤੁਹਾਨੂੰ ਭੜਕਾ ਕੋਈ 2-4 ਵਾਰੀ ਜ਼ਰੂਰ ਕਾਂਗਰਸ ਨੇ ਭੜਕਾਇਆ ਹੋਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਉਹਨਾਂ ਦਾ ਕੰਮ ਹੀ ਆ ਹੈਗਾ। ਲੇਕਿਨ ਜੇ ਉਹਨਾਂ ਦੇ ਗੱਲ 'ਚ ਮਨ 'ਚ ਕੋਈ ਗੱਲ ਵੱਸ ਗਈ, ਭਾਵੇਂ ਭੜਕਾਉਣ ਦੇ ਕਰਕੇ ਕਿਸੇ ਹੋਰ ਕਰਕੇ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਸੁਣਵਾਈ ਕਰਕੇ ਉਹਨਾਂ ਦੀ ਸ਼ੰਕਾਵਾਂ ਨੂੰ ਦੂਰ ਕਰੀਏ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਕਿ ਟੂ ਲਿਟਲ ਟੂ ਲੇਟ, ਤੁਸੀਂ ਇਸ ਕਮੈਂਟ ਨੂੰ ਕਿੱਦਾਂ ਲੈਂਦੇ ਹੋ? ਕਹਿੰਦੇ ਜੀ ਇਹ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਬੇਲੋੜਾ ਹੈ ਇਸ ਸਮੇਂ ਤੇ। ਕੈਪਟਨ ਸਾਹਿਬ ਕੀ ਕਹਿੰਦੇ ਨੇ, ਜਿਹੜੀ ਗੁਟਕਾ ਸਾਹਿਬ ਦੀ ਝੂਠੀ ਸੌਂ ਬੇਸ਼ਰਮੀ ਨਾਲ ਖਾ ਕੇ, ਇਹੋ ਜਿਹਾ ਇਨਸਾਨ ਕੀ ਕਹਿੰਦਾ ਮੈਨੂੰ ਪਰਵਾਹ ਨਹੀਂ। ਲੇਕਿਨ ਕਈ ਲੋਕਾਂ ਦੀ ਝੂਠ ਦੀ ਤੇ ਬੇਸ਼ਰਮੀ ਦੀ ਆਹ ਹੱਦ ਹੁੰਦੀ ਹੈ ਕਿ ਪਾਰਲੀਮੈਂਟ 'ਚ ਜਦ ਮੰਤਰੀ ਕਹਿ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਰਾ ਮਸ਼ਵਰਾ ਹੋਇਆ ਸਾਰੇ ਮੁੱਖ ਮੰਤਰੀਆਂ ਦੇ ਨਾਲ, ਤੇ ਇਹਨਾਂ ਨੇ ਸਹਿਮਤੀ ਦਿੱਤੀ, ਤਾਂ ਵੀ ਬੇਸ਼ਰਮੀ ਦੇ ਨਾਲ ਕੁਰਸੀ 'ਚ ਬੈਠਿਆ ਹੋਇਆ ਕਿ ਅੱਜ ਮੈਂ ਰੌਲਾ ਪਾ ਰਿਹਾ, ਲੇਕਿਨ ਸਹਿਮਤੀ ਤਾਂ 2.5 ਸਾਲ ਪਹਿਲੇ ਮੈਂ ਆਪ ਦਿੱਤੀ ਸੀ। ਮੈਨੂੰ ਤਾਂ ਮਈ ਦੇ ਮਹੀਨੇ 'ਚ ਜਾ ਕੇ ਪਤਾ ਲੱਗਿਆ ਇਹ 2.5 ਸਾਲ ਇਹਨੇ ਭਾਪ ਨਹੀਂ ਕੱਢੀ ਤੇ ਨਾ ਹੀ ਵਿਰੋਧ ਕੀਤਾ, ਉੱਥੇ ਸਹਿਮਤੀ ਦਿੱਤੀ। ਆਪ ਦੇ ਚੋਣ ਮੈਨੀਫੈਸਟੋ 'ਚ 2017 'ਚ ਲਿਖਿਆ ਹੋਇਆ ਕਿ ਇਹ ਆਰਡੀਨੈਂਸਸ ਇਹ ਜਿਹੜੇ ਇਹ ਕਾਨੂੰਨ ਆਏ ਨੇ, ਇਹ ਮੈਂ ਸਾਰੇ ਪੰਜਾਬ 'ਚ ਇੰਪਲੀਮੈਂਟ, ਕੰਟਰੈਕਟ ਫਾਰਮਿੰਗ ਵੀ ਕਰਾਂਗਾ, ਪ੍ਰਾਈਵੇਟ ਮੰਡੀਆਂ ਵੀ ਕਰਾਂ, ਇਹ ਸਾਰਾ ਕੁਝ ਲਿਖਿਆ ਹੈ। ਤੇ ਜਿੱਥੇ ਇਸ ਪੂਰੇ ਮੈਨੀਫੈਸਟੋ ਦਾ ਇੱਕ ਵਾਅਦਾ ਪੂਰਾ ਨਹੀਂ ਕੀਤਾ, ਉਹ 2017 ਅਗਸਤ ਦੇ ਮਹੀਨੇ 'ਚ ਵਿਧਾਨ ਸਭਾ 'ਚ ਲਾ ਕੇ ਇਸ ਚੀਜ਼ ਨੂੰ ਪੰਜਾਬ 'ਚ ਐਕਟ ਬਣਾਤਾ, ਤੇ ਅੱਜ ਤਾਈਂ ਵੀ ਉਹ ਐਕਟ ਲਾਗੂ ਹੈ, ਅੱਜ ਵੀ ਨਹੀਂ ਰੱਦ ਕੀਤਾ। 2019 ਦੇ ਚੋਣ ਮੈਨੀਫੈਸਟੋ ਦਾ ਕਾਂਗਰਸ ਦਾ ਜਿਹੜੇ MP ਇੱਥੇ ਰੌਲਾ ਪਾ ਰਹੇ ਸੀ, ਉਹਨਾਂ ਦੇ ਮੈਨੀਫੈਸਟੋ 'ਚ ਇਹ ਸਾਰਾ ਲਿਖਿਆ ਹੋਇਆ ਕਿ ਸਾਡੀ ਸਰਕਾਰ ਬਣੂਗੀ, ਅਸੀਂ ਪ੍ਰਾਈਵੇਟ ਮੰਡੀਆਂ ਵੀ ਕਰਾਂਗੇ, ਅਸੀਂ ਕੰਟਰੈਕਟ ਫਾਰਮਿੰਗ ਵੀ ਕਰਾਂਗੇ, ਜਿਹੜਾ ਕੁਝ ਇੱਥੇ ਸਾਰਾ ਉਹਨਾਂ ਦੇ ਮੈਨੀਫੈਸਟੋ 'ਚ ਲਿਖਿਆ ਹੈ। ਇਹ ਕਾਂਗਰਸ ਦਾ ਡੋਗਲਾ ਚਿਹਰਾ ਜਿਹਦੇ ਬਾਰੇ ਦੇ ਕੈਪਟਨ ਨਹੀਂ ਕਹੂਗਾ, ਉੱਥੇ ਜਾ ਕੇ ਇਸ ਆਰਡੀਨੈਂਸ ਨੂੰ ਜਲਾਏ, ਇਹਨਾਂ ਨੂੰ ਕਿਉਂ ਨਹੀਂ ਜਲਾਇਆ? ਠੀਕ ਹੈ, ਆਪ ਦੇ ਸੂਬੇ 'ਚ ਕਿਉਂ ਨਹੀਂ ਰੱਦ ਕੀਤਾ? ਮੈਂ ਤਾਂ ਫੇਰ ਵੀ ਕੋਸ਼ਿਸ਼ ਕੀਤੀ ਆਪਣਿਆਂ ਨੂੰ ਮਨਾਉਣ ਵਾਸਤੇ, ਜਦ ਨਹੀਂ ਮਨਾ ਸਕੀ ਮੈਂ ਆਪਦੀ ਕੁਰਸੀ ਛੱਡਤੀ, ਮੈਂ ਕੁਝ ਕਰ ਦਿਖਾਇਆ ਕਿ ਮੈਂ ਕਿਸਾਨਾਂ ਨਾਲ ਖੜੀ ਹਾਂ। ਕੈਪਟਨ ਸਾਹਿਬ ਤੁਸੀਂ ਬੋਲਣ ਤੋਂ ਸਿਵਾ ਕੀਤਾ ਕੀ ਹੈਗਾ? ਟੱਪ ਕੇ ਇੱਥੇ ਕਹਿਤਾ ਉੱਥੇ ਕਹਿਤਾ, ਇਹ ਪ੍ਰੂਫ ਹੈਗਾ। ਤੇ ਤੁਹਾਡਾ ਕਾਨੂੰਨ ਅੱਜ ਪੰਜਾਬ 'ਚ ਐਗਜ਼ਿਸਟ ਕਰਦਾ ਹੈ, ਤੁਸੀਂ ਰੱਦ ਕੀਤਾ, ਤੁਸੀਂ ਕਿਹਾ ਮੇਰੇ ਤੋਂ ਗਲਤੀ ਹੋਈ ਹੈ, ਮੈਂ ਵਾਪਸ ਲੈਣਾ, ਤੁਸੀਂ ਤਾਂ ਅੱਜ ਵੀ ਨਹੀਂ ਕਹਿ ਰਹੇ। ਸੋ ਇਹ ਇਨਸਾਨ ਨਹੀਂ, ਇਹ ਤਾਂ ਇਹੋ ਬੰਦਾ ਬੇਸ਼ਰਮ ਬੰਦਾ ਹੈਗਾ ਜਿਹੜੇ ਕੁਰਸੀ ਦੇ ਨਾਲ ਚਿਪਕਣ ਵਾਸਤੇ 84 'ਚ ਪਹਿਲੇ ਕਾਂਗਰਸ ਛੱਡਤੀ,
ਫਿਰ ਆਪ ਦੀ ਕੁਰਸੀ ਦੇ ਲਾਲਚ ਵਿੱਚ ਉਸੇ ਕਾਂਗਰਸ ਵਿੱਚ ਜਾ ਵੜਿਆ। ਇਹੋ ਜਿਹੇ ਇਨਸਾਨ ਦਾ ਮੈਂ ਜਵਾਬ ਦਵਾਂਗੀ। ਠੀਕ ਹੈ, ਸਵਾਲ ਹੋ ਰਹੇਗਾ। ਕਾਂਗਰਸ ਕਹਿ ਰਹੀ ਹੈ ਕਿ ਅਸੀਂ ਸੜਕਾਂ ਤੇ ਆਵਾਂਗੇ, ਕਿਸਾਨ ਨੂੰ ਦਿੱਲੀ 'ਚ ਲੈ ਕੇ ਆਵਾਂਗੇ। ਕੇਜਰੀਵਾਲ ਵੀ ਉਹ ਕਹਿ ਰਹੇ ਹੈ ਕਿ ਵੀ ਜਿਹੜੇ ਬੀਜੇਪੀ ਫਰੰਟ ਹੈ ਉਹ ਇੱਕ ਸਟੇਜ ਤੇ ਇਕੱਠੇ ਹੋਣ। ਜੇ ਐਸਾ ਕੋਈ ਕਿਸਾਨਾਂ ਦੇ ਵਾਸਤੇ ਪ੍ਰੋਟੈਸਟ ਜਾਂ ਸਟੇਜ ਤਿਆਰ ਹੁੰਦੀ ਹੈ ਜਾਂ ਕਿਸਾਨ ਦਿੱਲੀ 'ਚ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਉਂਦੇ ਆ, ਕਿ ਉਹਦਾ ਅਕਾਲੀ ਦਲ ਹਿੱਸਾ ਬਣੇਗਾ ਐਸੇ ਸਟੇਜ ਦਾ? ਕੈਪਟਨ ਸਾਹਿਬ ਦਾ ਡਰਾਮਾ ਕਿ ਤੁਸੀਂ ਦਿੱਲੀ ਤੋਂ ਲੈ ਕੇ ਆ ਰਹੇ ਹੋ, ਲੇਕਿਨ ਜੇ ਤੁਸੀਂ ਪੰਜਾਬ 'ਚ ਲਾਗੂ ਕੀਤਾ ਉਹਨੂੰ ਕਿਉਂ ਨਹੀਂ ਰੱਦ ਕਰ ਰਹੇ ਹੋ? ਸੋ ਇਹ ਸਿਆਸੀ ਪਾਪੜ ਆਪਦੇ ਬੇਲ ਰਹੇ ਨੇ। ਇਹਨਾਂ ਨੂੰ ਪਤਾ ਹੈ ਕਿ ਬੁਰੀ ਤਰ੍ਹਾਂ ਅੱਜ ਮਜ਼ਦੂਰ ਮੇਰੇ ਖਿਲਾਫ ਨੇ, ਅੱਜ ਮੁਲਾਜ਼ਮ ਮੇਰੇ ਖਿਲਾਫ ਹੈ, ਕਿਸਾਨ ਖੁਦਕੁਸ਼ੀ ਕਰ ਰਿਹਾ ਹੈ, ਨਸ਼ੇ ਨਾਲ ਬੱਚੇ ਮਰ ਰਹੇ ਨੇ। ਇਹ ਨਹੀਂ ਛੋਟੀ ਚੀਜ਼ ਮੋਬਾਈਲ ਫੋਨ ਵਾਲਾ ਵੀ ਨਹੀਂ ਪੂਰਾ ਕਰ ਸਕੇ, ਹੋਰ ਤਾਂ ਛੱਡੋ। ਕੱਲੇ ਗੱਲਾਂ ਦੇ ਨਾਲ 4 ਸਾਲ ਟਪਾਤੇ ਤੇ ਲੋਕਾਂ ਨੂੰ ਤਪਾਤਾ ਇਹਨੇ ਝੂਠੇ ਕੇਸਾਂ ਦੇ ਨਾਲ, ਝੂਠੇ ਵਾਅਦਿਆਂ ਦੇ ਨਾਲ। ਤੇ ਇਹਨੂੰ ਪਤਾ ਬੁਰੀ ਤਰ੍ਹਾਂ ਮੈਂ ਹਾਰ ਰਿਹਾ। ਹੁਣ ਆਪਦੀ ਬਚੀ ਕੁਚੀ ਅਖੀਰਲੇ ਸਾਲ 'ਚ ਜਿਵੇਂ 2015 'ਚ ਸਾਨੂੰ ਭੰਡ ਕੇ ਜੀ ਗੁਰੂ ਸਾਹਿਬ ਦਾ ਲੰਡ ਪੂਰਾ ਝੂਠ ਮਾਰ ਕੇ ਕਰਤਾ। ਹੁਣ ਕਿਸਾਨਾਂ ਦੇ ਸਿਰੇ ਕੁਛ ਨਾ ਕੁਛ ਡਰਾਮਾ ਰਚਣ ਦੀ ਕੋਸ਼ਿਸ਼, ਤਾਂ ਆਪਣੀ ਡੁੱਬਦੀ ਹੋਈ ਨਈਆ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ। ਲੇਕਿਨ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਰ ਪ੍ਰਕਾਸ਼ ਸਿੰਘ ਬਾਦਲ ਉਹ ਇਨਸਾਨ ਤੇ ਉਹ ਪਾਰਟੀ ਹੈਗੀ ਕਿ ਅੱਜ ਜੇ MSPI ਇਹ ਬਾਦਲ ਸਾਹਿਬ ਕਰਕੇ, ਉਹਨਾਂ ਦੀ ਲੜਾਈ ਕਰਕੇ, ਜੇ ਮੰਡੀਕਰਨ ਸਿਸਟਮ ਆਇਆ, ਫੋਕਲ ਪੁਆਇੰਟ ਆਏ, ਬਿਜਲੀ ਪਾਣੀ ਮੁਫਤ ਕੀਤਾ ਗਿਆ, ਟਿਊਬਵੈਲ ਦੇ ਕਨੈਕਸ਼ਨ ਦਿੱਤੇ ਗਏ, ਅੱਜ ਕਿਸਾਨਾਂ ਨੂੰ ਜੇ ਤਕੜਾ ਕੀਤਾ, ਇਹ ਹਮੇਸ਼ਾ ਜਦ ਸਿਰਫ ਸਰ ਬਾਦਲ ਦੀ ਸਰਕਾਰ ਹੁੰਦੀ ਸੀ। ਤੇ ਅੱਜ ਇਸ ਲੜਾਈ 'ਚ ਜੇ ਫਰਜ਼ ਅਦਾ ਕੀਤਾ ਕਿਸਾਨਾਂ ਦੇ ਪ੍ਰਤੀ, ਭਾਵੇਂ ਮੇਰੇ ਛੱਡਣ ਦੇ ਨਾਲ ਮੈਂ ਇਹਨਾਂ ਦੀ ਮੰਗਾਂ ਜੇ ਮੈਂ ਮਨਾ ਸਕਾਂ, ਹੁਣ ਵੀ ਮੈਨੂੰ ਉਮੀਦ ਹੈ ਕਿ ਮੇਰੇ ਛੱਡਣ ਦੇ ਨਾਲ ਦੂਜੀ ਪਾਰਟੀਆਂ ਦੇ ਵੀ ਧਿਆਨ ਇਸ ਮੁੱਦੇ ਵੱਲ ਆਇਆ ਹੈਗਾ। ਤੇ ਹੁਣ ਇੱਕ ਸੁਰ ਦੇ ਨਾਲ ਜਦ ਸਾਰੇ ਬੋਲ ਰਹੇ ਨੇ, ਸ਼ਾਇਦ ਇਕੱਠੇ ਹੋ ਕੇ ਜੇ ਅਸੀਂ ਦਬਾਅ ਪਾ ਕੇ ਕਿਸਾਨ ਨੂੰ ਆਪਣਾ ਹੱਕ ਦਿਲਾ ਸਕੀਏ ਤੇ ਇਹੋ ਜਿਹੀ ਲੱਖਾਂ ਕੁਰਸੀਆਂ ਕੁਰਬਾਨ। ਠੀਕ ਹੈ, ਆਖਰੀ ਸਵਾਲ ਰਹੇਗਾ। ਇਸਤੀਫਾ ਤੁਸੀਂ ਦਿੱਤਾ ਹੈ, ਦਿੱਲੀ ਦੇ ਵਿੱਚ ਵੀ ਨਿਗਮ ਪਾਰਸ਼ਦ ਹੈਗੇ ਨੇ ਅਕਾਲੀ ਭਾਜਪਾ ਦੇ, ਕਿ ਉਹਨਾਂ ਦੇ ਵੀ ਇਸਤੀਫਿਆਂ ਦੀ ਲੜੀ ਆ ਸਕਦੀ ਹੈ, ਝੜੀ ਆ ਸਕਦੀ ਹੈ। ਗਠਬੰਧਨ ਦੇ ਉੱਪਰ ਕੀ ਇਹਦਾ ਅਸਰ ਰਹੇਗਾ? ਕੀ ਅਸਰ ਰਹੂਗਾ ਇਹ ਪਾਰਟੀ ਦੀ ਆਲਾ ਕਮਾਂਡ ਤੇ ਕੋਰ ਕਮੇਟੀ ਫੈਸਲਾ ਕਰੂਗੀ। ਅੱਜ ਦੀ ਤਰੀਕ ਤੇ ਵਰਕਰਾਂ ਦੇ ਨਾਲ ਤਾਲਮੇਲ ਕਰਕੇ ਸਲਾਹ ਮਸ਼ਵਰਾ ਕੀਤੇ ਜਾ ਰਹੇ ਨੇ। ਉਹਦੇ ਬਾਅਦ ਕੋਰ ਕਮੇਟੀ ਤੇ ਹਾਈ ਕਮਾਂਡ ਬੈਠੋਗੀ ਤੇ ਅਗਲੀ ਰਣਨੀਤੀ ਫੈਸਲਾ ਕਰੂਗੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ 3 ਦਹਾਕਿਆਂ ਤੋਂ ਵਾਜਪਾਈ ਸਾਹਿਬ ਤੇ ਬਾਦਲ ਸਾਹਿਬ ਨੇ ਇਹ ਗਠਬੰਧਨ 30 ਸਾਲ ਪਹਿਲੇ ਇਸ ਕਰਕੇ ਕੀਤਾ ਸੀ ਕਿ ਜਿਸ ਕਾਲੇ ਦੌਰ ਤੋਂ ਪੰਜਾਬ ਨਿਕਲਿਆ ਸੀ ਤੇ ਜਿਸ ਤਰ੍ਹਾਂ ਬਾਰਡਰ ਦਾ ਸੂਬਾ ਹੋਣ ਦੇ ਨਾਤੇ ਪਾਕਿਸਤਾਨ ਦੇ ਮਾੜੇ ਮਨਸੂਬੇ, ਬਹੁਤ ਜ਼ਰੂਰੀ ਸੀ ਕਿ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਦੋ ਪਾਰਟੀਆਂ ਇਕੱਠੀਆਂ ਆਈਆਂ ਤੇ ਬਹੁਤ ਬਖੂਬੀ ਦੇ ਨਾਲ 5 ਵਾਰੀ ਅਸੀਂ ਸਰਕਾਰ ਬਾਦਲ ਸਾਹਿਬ ਨੇ ਚਲਾਈ ਤੇ ਪੂਰੀ ਅਹਿਮੀਅਤ ਇਸ ਭਾਈਚਾਰਕ ਸਾਂਝ ਨੂੰ ਦਿੱਤੀ। ਇਹ ਭਾਈਚਾਰਕ ਸਾਂਝ ਪੰਜਾਬ ਦੇ ਖੁਸ਼ਹਾਲੀ ਵਾਸਤੇ ਤੇ ਪੰਜਾਬ ਦੇ ਲੋਕਾਂ ਵਾਸਤੇ ਅਤੀ ਜ਼ਰੂਰੀ ਵੀ ਹੈਗੀ ਤੇ ਇਹ ਵੀ ਚੀਜ਼ ਅਕਾਲੀ ਦਲ ਸਮਝਦੀ ਹੈ ਤੇ ਇਹਨੂੰ ਕਾਇਮ ਰੱਖਣ ਵਾਸਤੇ ਹਰ ਕੋਸ਼ਿਸ਼ ਕਰਦੀ ਰਹੂਗੀ। ਲੇਕਿਨ ਇਸ ਗੱਲ ਤੋਂ ਨਹੀਂ ਭੁੱਲ ਸਕਦੀ ਕਿ ਸਾਡੇ ਕਿਸਾਨ ਸਾਡੇ ਪੰਜਾਬ ਦੀ ਜਿੰਦ ਜਾਨ ਨੇ। ਦੇਸ਼ ਦੇ ਕਿਸਾਨ ਦੇਸ਼ ਦੇ ਰੀੜ੍ਹ ਦੀ ਹੱਡੀ ਹੈ। ਕੋਈ ਇਹੋ ਜਿਹਾ ਅਕਾਲੀ ਵਰਕਰ ਨਹੀਂ ਹੋਗਾ ਜਿਹੜਾ ਕਿਸਾਨ ਨਹੀਂ ਹੈਗਾ ਤੇ ਕੋਈ ਇਹੋ ਜਿਹਾ ਕਿਸਾਨ ਪਰਿਵਾਰ ਨਹੀਂ ਹੋਗਾ ਜਿਹੜੇ ਅਕਾਲੀਆਂ ਦੇ ਨਾਲ ਸੰਬੰਧਿਤ ਨਹੀਂ ਹੈਗਾ। ਜੇ ਕਿਸਾਨ ਖੁਸ਼ਹਾਲ ਹੈ ਤਾਂ ਪੰਜਾਬ ਖੁਸ਼ਹਾਲ ਹੈ, ਜੇ ਕਿਸਾਨ ਮਰਦਾ ਹੈ ਤਾਂ ਪੰਜਾਬ ਮਰਦਾ ਹੈ। ਸੋ ਕਿਸਾਨ ਦੇ ਭਵਿੱਖ ਵਾਸਤੇ ਉਹਨੂੰ ਮੁੱਖ ਰੱਖਦੇ ਹੋਏ ਜਿਹੜੇ ਫੈਸਲੇ ਹੋਣਗੇ, ਮੈਨੂੰ ਪੂਰਾ ਭਰੋਸਾ ਅਕਾਲੀ ਦਲ ਉਹੋ ਜਿਹੇ ਫੈਸਲੇ ਲਊਗੀ। ਐਸਨ ਸਾਡੇ ਨਾਲ ਸਰਦਾਰਨੀ ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਨੇ ਕਿਹਾ ਕਿ ਇਸਤੀਫਾ ਉਹਨਾਂ ਦੀ ਸਰਕਾਰ ਦੇ ਖਿਲਾਫ ਜੋ ਦਿੱਤਾ ਹੈਗਾ ਕਿਸਾਨਾਂ ਦੇ ਹੱਕ ਦੇ ਵਿੱਚ ਹੈਗਾ। ਅੱਗੇ ਕੀ ਜੋ ਕਿ ਇਸ ਦੇ ਮਾਇਨੇ ਅਲੱਗ-ਅਲੱਗ ਕੱਢੇ ਜਾ ਸਕਦੇ ਨੇ, ਪਰ ਗਠਬੰਧਨ ਦਾ ਜਾਂ ਅੱਗੇ ਕਿਹੜੇ ਧਰਨੇ ਦੇ ਵਿੱਚ ਅਕਾਲੀ ਦਲ ਬਾਦਲ ਦਿਖਦਾ, ਆਉਣ ਵਾਲਾ ਸਮਾਂ ਦੱਸੇਗਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਗੁਰਫਤਿਹ ਦੀ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਦੇ ਰਹੋ ਅਕਾਲ ਚੈਨਲ।